हाँ जी। ਅੱਜ ਆਪਾਂ ਕੁਝ ਕੁਐਸਚਨ ਫਾਰਮੂਲਿਆਂ ਨਾਲ ਰਿਲੇਟਡ ਕਰਾਂਗੇ। ਕੁਐਸਚਨ ਐਕਸਰਸਾਈਜ਼ 3.2 ਦਾ ਹੈ ਕਿ ਪਤਾ ਕਰੋ ਕਿ ਸਮੀਕਰਨ ਜੋੜਿਆਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਮਤਲਬ ਕਿ ਜੋ ਉਹਨਾਂ ਦੇ ਗ੍ਰਾਫ ਹਨ ਇੱਕ ਬਿੰਦੂ ਤੇ ਕੱਟਣਗੀਆਂ। ਕਹਿਣ ਦਾ ਭਾਵ ਹੈ ਇੰਟਰਸੈਕਟ ਐਟ ਅ ਪੁਆਇੰਟ, ਜਾਂ ਸਮਾਂਤਰ ਹਨ ਯਾਨੀ ਕਿ ਪੈਰਲਲ ਹਨ, ਜਾਂ ਫਿਰ ਸੰਪਾਤੀ ਹਨ। ਸੰਪਾਤੀ ਮੀਨਸ ਕੋਇਨਸੀਡੈਂਟ ਲਾਈਨਸ ਆ, ਜਿਹੜੀ ਇੱਕ ਲਾਈਨ ਦੂਜੇ ਲਾਈਨ ਦੇ ਉੱਪਰ ਆ ਜਾਂਦੀ ਆ। ਤਾਂ ਇਹ ਤਿੰਨੋਂ ਜਿਹੜੇ ਹਨ ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਫਾਰਮੂਲੇ ਆ ਉਹ ਮੈਂ ਤੁਹਾਨੂੰ ਪਹਿਲੇ ਲਿਖਵਾ ਚੁੱਕਿਆ ਔਰ ਉਮੀਦ ਕਰਦਾ ਵੀ ਤੁਸੀਂ ਉਹ ਯਾਦ ਵੀ ਕਰ ਲਏ ਹੋਣੇ ਆ। ਤਾਂ ਇਸ ਦੇ ਆਧਾਰ ਦੇ ਉੱਤੇ ਮੈਂ ਪਹਿਲਾ ਕੁਐਸਚਨ ਜਿਹੜਾ ਹਾਂ ਉਹ ਦੱਸ ਰਿਹਾ ਤੁਹਾਨੂੰ ਵੀ ਫਸਟ ਕੁਐਸਚਨ ਜਿਹੜਾ ਹੈ ਇਸ 'ਚ ਆਪਾਂ ਨੇ ਚੈੱਕ ਕਰਨਾ ਵੀ ਜਿਹੜਾ ਇਹਨਾਂ ਦਾ ਗ੍ਰਾਫ ਹੈ ਉਹ ਇੰਟਰਸੈਕਟ ਕਰੇਗਾ ਐਟ ਏ ਪੁਆਇੰਟ, ਜਾਂ ਗ੍ਰਾਫ ਪੈਰਲਲ ਹੋਏਗਾ, ਜਾਂ ਫਿਰ ਲਾਈਨਸ ਕੋਇਨਸੀਡੈਂਟ ਹੋਣਗੀਆਂ, ਇੱਕ ਦੂਜੇ ਦੇ ਉੱਪਰ ਆ ਜਾਣਗੀਆਂ। ਤਾਂ ਇਸ ਦੇ ਲਈ ਆਪਾਂ ਨੂੰ ਇੱਕ ਗੱਲ ਯਾਦ ਰੱਖਣੀ ਹੈ ਕਿ ਅਸੀਂ a1x b1y plus c1 0 और a2x b2y और c2 ਇਹ ਦੋ ਜਿਹੜੀਆਂ ਲੀਨੀਅਰ ਇਕੁਏਸ਼ਨਸ ਲੈ ਕੇ ਚੱਲੇ ਸੀ ਅਸੀਂ ਇਨ ਟੂ ਵੇਰੀਏਬਲਸ, ਇਹਨਾਂ ਨੂੰ ਕੰਪੇਅਰ ਕਰਨਾ ਹੈ। ਦੇਖੋ x ਦੇ ਨਾਲ ਇੱਥੇ a1 ਹੈ, ਇੱਥੇ x ਦੇ ਨਾਲ ਕੀ ਹੈ 5। ਤਾਂ ਪਹਿਲੇ ਤਾਂ a1 ਦੀ ਕੀਮਤ ਕੱਢਾਂਗੇ, ਉਹ ਆਏਗੀ 5। ਇੱਥੇ y ਦੇ ਨਾਲ ਕੀ ਲਿਖਿਆ ਹੋਇਆ ਜੀ b1, ਇੱਥੇ y ਦੇ ਨਾਲ ਕੌਣ ਹੈ ਜੀ -4। ਤਾਂ b1 ਦੀ ਵੈਲਿਊ ਆ ਜਾਏਗੀ -4, ਮਾਈਨਸ ਵਾਲਾ ਸਾਈਨ ਨਾਲ ਲੈ ਕੇ ਜਾਣਾ। ਇੱਥੇ ਫਿਰ ਕਾਂਸਟੈਂਟ ਟਰਮ c1, ਇੱਥੇ ਕੀ ਹੈ 8, c1 = 8। ਸਭ ਤੋਂ ਪਹਿਲੇ ਤੁਹਾਨੂੰ ਪਹਿਲੀ ਸਮੀਕਰਨ ਦੇ ਵਿੱਚੋਂ ਜੋ x ਦੇ ਨਾਲ ਹੈ ਉਹ a1, ਜੋ y ਦੇ ਨਾਲ ਹੈ ਉਸ ਨੂੰ b1, ਜੋ ਪਿੱਛੇ ਕਾਂਸਟੈਂਟ ਟਰਮ ਹੈ ਉਸ ਨੂੰ c1 ਕਹਿਣਾ। ਸੇਮ ਇਦੀ ਦੂਜੇ ਸਮੀਕਰਨ ਦੇ ਵਿੱਚ ਤੁਸੀਂ ਲਿਖਣਾ ਹੈ a2 b2 ਤੇ c2। a2 x ਦੇ ਨਾਲ 7 ਹੈ, ਇੱਥੇ b2 y ਦੇ ਨਾਲ 6 ਹੈ, c2 ਕੀ ਹੈ -9, ਮਾਈਨਸ ਦਾ ਸਾਈਨ ਨਾਲ ਲੈ ਕੇ ਜਾਣਾ। ਤਾਂ ਸਭ ਤੋਂ ਪਹਿਲਾ ਕੰਮ ਇਸ ਕੁਐਸਚਨ ਦੇ ਵਿੱਚ a1 b1 c1 a2 b2 c2 ਨੂੰ ਪਤਾ ਕਰਨਾ ਸੀ। ਹੁਣ ਸਾਡੇ ਕੋਲ ਫਾਰਮੂਲੇ ਆਪਾਂ ਨੂੰ ਪਤਾ ਹੈ ਕਿ ਤਿੰਨ ਫਾਰਮੂਲੇ ਮੈਂ ਲਿਖਾਏ ਸੀ a1/a2 not equal to b1/b2। ਦੂਜਾ ਫਾਰਮੂਲਾ ਲਿਖਾਇਆ ਸੀ a1/a2 is equal to b1/b2 is equal to c1/c2। ਤੀਜਾ ਫਾਰਮੂਲਾ ਲਿਖਿਆ ਸੀ a1/a2 b1/b2 not equal to c1/c2। ਇਹਨਾਂ ਨੂੰ ਅਸੀਂ ਚੈੱਕ ਕਰਾਂਗੇ ਵੀ ਇਹਨਾਂ ਚੋਂ ਸਾਡਾ ਕਿਹੜਾ ਫਾਰਮੂਲਾ ਬਣਦਾ। ਸਭ ਤੋਂ ਪਹਿਲੇ ਮੈਂ a1/a2 ਕੱਢਾਂਗਾ। ਤਾਂ a1 ਦੀ ਕੀਮਤ ਉੱਪਰ 5 ਨੀਚੇ 7, ਇਹ ਆ ਗਿਆ 5/7। ਜੇ ਇਹ ਕੈਂਸਲ ਹੁੰਦੀਆਂ ਕੈਂਸਲ ਕਰ ਦਿਓ, ਨਹੀਂ ਤਾਂ ਇਹਨੂੰ ਇੱਥੇ ਛੱਡ ਦਿਓ। ਦੂਜੀ ਗੱਲ ਮੈਂ ਪਤਾ ਕਰਾਂਗਾ b1/b2। ਹੁਣ b1/b2 ਇਹ ਕਿੰਨਾ ਹੈ ਜੀ b1 ਦੀ ਕੀਮਤ -4 ਨੀਚੇ 6। ਜੇ ਇਹ ਕੈਂਸਲ ਹੁੰਦੇ ਆ ਆਪਸ ਵਿੱਚ ਕੱਟਦੇ ਹਨ ਤਾਂ ਇਹਨਾਂ ਨੂੰ ਤੁਸੀਂ ਕੱਟ ਸਕਦੇ ਆ, 2 ਦੇ ਟੇਬਲ ਤੇ ਕੱਟ ਜਾਣਗੇ, 2 2 4 2 3 6। ਇਹ ਆ ਜਾਏਗਾ ਨੈਗੇਟਿਵ ਸਾਈਨ, ਉੱਪਰ 2 ਨੀਚੇ 3। ਤਾਂ ਤੁਸੀਂ ਇੱਥੇ ਹੀ ਚੈੱਕ ਕਰ ਲਓ ਕਿ a1/a2 ਦੀ ਵੈਲਿਊ ਆਈ ਹੈ 5/7, 5/7 ਆ ਗਈ ਜੀ। ਤੇ b1/b2 ਦੀ ਕੀਮਤ ਕੀ ਆਈ ਹੈ -2/3। ਕੀ ਇਹ ਦੋਨੋਂ ਬਰਾਬਰ ਹਨ? ਦੇਖੋ a1/a2 ਤੇ b1/b2 ਦੋਨੋਂ ਬਰਾਬਰ ਨਹੀਂ ਆਏ। ਤਾਂ ਸਾਡਾ ਪਹਿਲਾ ਕਿਹੜਾ ਕੇਸ ਬਣ ਗਿਆ ਜੀ ਪਹਿਲਾ। ਤਾਂ ਅਸੀਂ ਕੀ ਲਿਖਾਂਗੇ, ਅਸੀਂ ਇਹਨੂੰ ਹੁਣ ਲਿਖਾਂਗੇ ਕਿ 5/7 ਇਹ ਵਾਲਾ not equal to -2/3। ਇਹ ਵਾਲੀ ਕੀਮਤ ਤੇ ਇਹ ਵਾਲੀ ਕੀਮਤ ਬਰਾਬਰ ਨਹੀਂ ਹੈ, ਇਹ ਬਰਾਬਰ ਨਹੀਂ ਦਾ ਸਾਈਨ ਹੈ। ਇਹ ਕੀ ਸੀ 5/7 ਕੀ ਸੀ a1/a2
नॉट इक्वल टू दूजा कौन सी ਇਹਦੀ कीमत की सी b1 ओवर b2। ਤਾਂ ਇਹਦਾ ਮਤਲਬ ਸਾਡਾ ਫਾਰਮੂਲਾ ਕਿਹੜਾ ਬਣ ਗਿਆ a1 ਓਵਰ a2 ਨॉट ਇਕੁਅਲ ਟੂ b1 ਓਵਰ b2। ਹੁਣ ਤੁਸੀਂ ਯਾਦ ਕਰੋ ਫਾਰਮੂਲੇ ਨੂੰ। ਫਾਰਮੂਲੇ ਦੇ ਵਿੱਚ ਮੈਂ ਇੱਕ ਗੱਲ ਲਿਖਾਈ ਸੀ ਕਿ ਜਦੋਂ a1 ਓਵਰ a2 ਔਰ b1 ਓਵਰ b2 ਆਪਸ ਵਿੱਚ ਬਰਾਬਰ ਨਾ ਹੋਣ ਤਾਂ ਇਸ ਦੇ ਤਿੰਨ ਫਾਰਮੂਲੇ ਬਣਾਏ ਸੀ। ਪਹਿਲਾ ਕੀ ਸੀ ਕਿ ਇਹਨਾਂ ਦਾ ਇੱਕ ਹੱਲ ਹੋਵੇਗਾ। ਕੀ ਹੋਏਗਾ ਜੀ? ਇੱਕ ਹੱਲ ਹੋਵੇਗਾ, ਯੂਨੀਕ ਸੋਲਿਊਸ਼ਨ। ਦੂਜਾ ਕੀ ਲਿਖਾਇਆ ਸੀ? ਦੂਜਾ ਲਿਖਾਇਆ ਸੀ ਵੀ ਇਹਨਾਂ ਦੇ ਜਿਹੜੇ ਗ੍ਰਾਫ ਬਣਾਵਾਂਗੇ ਅਸੀਂ ਉਹ ਆਪਸ ਵਿੱਚ ਇੱਕ ਬਿੰਦੂ ਦੇ ਉੱਤੇ ਕੱਟਣਗੇ, ਇੰਟਰਸੈਕਟ ਐਟ ਏ ਪੁਆਇੰਟ। ਤੀਜਾ ਕੀ ਲਿਖਾਇਆ ਸੀ ਜੀ, ਜੇ ਯਾਦ ਹੋਵੇ? ਤੀਜਾ ਇਹ ਲਿਖਾਇਆ ਸੀ ਵੀ ਜੇ ਕਿਸੇ ਦਾ ਹੱਲ ਨਿਕਲਦਾ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਸੰਗਤ, ਯਾਨੀ ਕਿ ਕੰਸਿਸਟੈਂਟ। ਤਾਂ ਇਹਦੇ ਤਿੰਨ ਆਨਸਰ ਹੋ ਸਕਦੇ ਆ। ਤਾਂ ਇਸ ਲਈ ਇਹ ਸਭ ਤੋਂ ਪਹਿਲੇ ਇਸ ਦਾ ਇੱਕ ਹੱਲ ਹੈ, ਯਾਨੀ ਕਿ यूनिक सोल्यूशन। यूनिक सोल्यूशन ਇਹਦਾ ਇੱਕ ਆਨਸਰ ਆ ਗਿਆ। ਹੋਰ ਕੀ ਹੋ ਸਕਦਾ ਹੈ ਜੀ? ਆਲੇਖ ਆਪਸ ਵਿੱਚ ਕੱਟਣਗੇ, यानी कि इंटरसैक्ट करनगे, इंटरसैक्ट एट ए पॉइंट। एक पॉइंट के उत्ते इंटरसैक्ट करनगे। इन्हां दा ग्राफ इस तरह का हो सकता है। तो एक बिंदु के उत्ते कटणगे, क्योंकि साडा ये वाला फार्मूला बन गया। होर की सी? इन्हां दा हल हो सकता है, क्योंकि एक बिंदु के उत्ते जो कट जाता है तो हल हुंदा है। इसलिए यह संगत ਹਨ। संगत ਨੂੰ ਕਹਿੰਦੇ ਸੀ ਅਸੀਂ कंसिस्टेंट। मतलब कि एक फार्मूले तो असी तीनों आंसर लभ ले। तो सानू की पूछा सी? इंटरसैक्ट एट ए पॉइंट। यस, इंटरसैक्ट एट ए पॉइंट इसका एक आंसर है। तो इन्हां चों कोई भी आंसर पूछा जा सकता। तुहानू कंसिस्टेंट भी पूछ सकते हैं, हो यूनीक सोल्यूशन भी पूछ सकते हैं, एक हल है, या आपस में कटणगे, इंटरसैक्ट करनगे या नहीं। तो इदा तुसी इस क्वेश्चन नू करना है। एक क्वेश्चन होर करते हैं तां जो कि यह क्वेश्चन तुहानू अच्छी तरह समझ आ जाए। अगला क्वेश्चन है 9x प्लस 3y प्लस 12 इज इक्वल टू 0 और नाल सेकंड इक्वेशन है 18x प्लस 6y प्लस 24 इज इक्वल टू 0। इस क्वेश्चन को देखते हैं जी। आपां इस क्वेश्चन को फिर वही काम पहले सब तो पहले A1 B1 C1 A2 B2 और C2 पता करने हैं जी। तो इहदे नाल देखो x दे नाल A1 आ इत्थे x दे नाल 9 A1, y दे नाल जो आंदा है वो है पहली समीकरण दे विच B1, पिछे जो आ गया कांस्टेंट टर्म वो आ गई C1। तो पहली समीकरण चो A1 B1 C1 ये याद रखना किवें कड्ढे। दूजी समीकरण x दे नाल जो है वो A2, जो y दे नाल है वो B2, जो कांस्टेंट टर्म है वो है C2। फिर वही काम सब तो पहले कड्ढना है A1 बाय A2, फिर कड्डांगे B1 ओवर B2, फिर कड्डांगे C1 ओवर C2। तिन्नां नूं असीं चैक कर लांगे। तो कीमत भरो A1 कितना है 9 और A2 18। 9/18 कैंसल हो गए, 9 के पहाड़े ते 9 एकम 9, 9 दूनी
18, ये आ गया 1/2, 1/2। B1/B2 की गल करो, B1 की कीमत 3, B2 की कीमत 6, 3 1 जा 3, 3 2 जा 6, 3 एकम 3, 3 दूनी 6, ये आ गया ऊपर 1 बच गया, नीचे 2 आ गया। फिर C1/C2, C1 है 12, C2 की कीमत 24, 12 के पहाड़े से 12 एकम 12, 12 दूना 24। तो इत्थे तुसी देखो तिन्ना दी कीमत की आई है जी, बराबर। तो इत्थे असी की लिखांगे, असी लिखांगे A1/A2 इज इक्वल टू B1/B2 इज इक्वल टू C1/C2। तीनों बराबर आए हैं, पहला भी 1/2, दूजा भी, तीजा भी, तो यह फॉर्मूला बन गया। जे तीनों बराबर होण तो हुण तुसी फॉर्मूला टेबल दे विचों चैक करो, चैक करके आपां देख सकते हैं तो बराबर हैं, इसलिए अनेकां हल हैं, मैनी सल्यूशनस। किन्ने सल्यूशन है जी इसके? मैनी। जो बहुत सारे सल्यूशन होंगे तो उन्होंने ग्राफ किमें होंगे, एक लाइन ए और दूजी लाइन भी उसके उपर ही आएगी, दोनों लाइना ਜਿਹੜੀਆਂ ਹਨ एक दूजे के उपर आ ਜਾਂਦੀਆਂ, ਇਹਨੂੰ कोइंसिडेंट लाइन्स बोलते ਆਪਾਂ। इस ਲਈ आलेख आलेख यानी कि ग्राफ संपाती होणगे। संपाती नूं की कहते हैं जी असी? कोइंसिडेंट। कोइंसिडेंट लाइन्स हो गई। तीजा की सी? जदों किसी समीकरणों का हल निकलता है तो उसनूं कहते हैं असी संगत, कंसिस्टेंट। इसलिए यह संगत हैं, यानी कि कंसिस्टेंट। तो यह सी इस सवाल का हल। तो इदा तुसी किसी भी सवाल नूं हल करके चैक कर सकते हैं भी उसका जिहड़ा हल है वो किद्दां दा आएगा। उसका जिहड़ा हल है 1 है, 2 है, या कोई भी हल नहीं, कंसिस्टेंट है, इनकंसिस्टेंट है। ग्राफ जिहड़े हैं वो इंटरसैक्ट करते हैं एट ए 1 पॉइंट, और कोइंसिडेंट हैं, और लाइन्स आर पैरल। तो यह सारा कुछ तुसी चैक कर सकते हैं, जिस नाल तुहानूं ये क्वेश्चन बहुत आसानी नाल समझ आने शुरू हो जाएंगे। तो होर आपां क्वेश्चन करते हैं 1-2, जिहदे नाल तुहानूं एक क्वेश्चन नाल कंडीशनां सारियां ही क्लीयर होंदियां जा रही हैं। अगला क्वेश्चन करांगे जी। अगले क्वेश्चन की गल करते हैं। तीजा क्वेश्चन फिर यही चेक करना है। 6x माइनस 3y प्लस 10 इज इक्वल टू 0, 2x माइनस y प्लस 9 इज इक्वल टू 0। इस सवाल नूं हल करते हैं जी, बिल्कुल उद्दी हल करांगे। सब तो पहला काम A1 B1 C1 पता करना है, फिर A2 B2 ते C2 पता करने हैं। पहली समीकरण दे विचों A1 B1 C1 कढ़ने। हुण उम्मीद करदा भी तुहानूं यह समझ आ चुके होने भी पहली समीकरण दे विच जो x दे नाल है वो थोड़ा A1 है, x और y नाल नहीं लगाने, खास ख्याल रखना है। तो 6 आ गया। B1 कितना है जी? -3। अगर नैगेटिव साइन है वो नाल लेके जाना। और C1 कितना आ गया जी? 10। इदी A2 कितना है? 2। B2 इहदे नाल कुछ भी नहीं, देन यू कैन राइट 1, सो इट इज -1। B2 कितना आ गया? -1। और ये आ गया C2 9। फिर वही काम, पहले
A1 ओवर A2 पता करांगे, B1 ओवर B2 पता करांगे, C1 ओवर C2 पता करांगे। तीनों चीज़ां कट के चेक करांगे। A1 की कीमत 6, नीचे 2, ये कैंसल हो गया। 2 दे पहाड़े ते 2 एकम 2, 2 तीए 6, ये आ गया 3/1। B1 -3, B2 -1। B1 की कीमत उपर भरनी है, B2 की नीचे फिल की है, पुट की है वैल्यू। उपर भी माइनस, नीचे भी माइनस, दोनों साइन कट गए, माइनस नाल माइनस कट गया, ये आ गया 3/1। थर्ड ये आ गया 10, ये 9। ਤੁਸੀਂ ਦੇਖ ਰਹੇ ਹੋ ਵੀ 10 ਤੇ 9 ਕਿਸੇ ਵੀ ਪਹਾੜੇ ਦੇ ਉੱਤੇ ਨਹੀਂ ਕੱਟਦੇ, ਤਾਂ ਇਹ ਸਾਡਾ ਇਦਾਂ ਹੀ ਰਹੇਗਾ। ਤਾਂ ਦੇਖੋ A1 ਓਵਰ A2 ਦੀ ਵੈਲਿਊ, B1 ਓਵਰ B2 ਦੀ ਵੈਲਿਊ, ਦੋਨੋਂ ਕੀਮਤਾਂ ਕੀ ਆ ਗਈਆਂ ਜੀ, ਬਰਾਬਰ। ਤਾਂ ਸਾਡਾ ਫਾਰਮੂਲਾ ਕੀ ਬਣ ਗਿਆ, ਇਸ ਲਈ A1 ਓਵਰ A2, B1 ਓਵਰ B2 ਦੋਨੋਂ ਕੀ ਹੈ ਜੀ, ਬਰਾਬਰ। ਕੀ C1 ਓਵਰ C2 ਬਰਾਬਰ ਹੈ, ਇਹ ਬਰਾਬਰ ਨਹੀਂ ਹੈ। ਇਹਦੀ ਕੀਮਤ ਆਈ ਹੈ 10/9। ਕੀ ਲਿਖਾਂਗੇ, ਕਿਹੜਾ ਸਾਈਨ ਪਾਣਾ, ਬਰਾਬਰ ਨਹੀਂ ਦਾ। ਇਹ ਕਾਹਦਾ ਸਾਈਨ ਹੈ ਜੀ, ਬਰਾਬਰ ਨਹੀਂ, ਨੋਟ ਇਕੁਅਲ ਟੂ। ਕਿਹਦੇ ਇਕੁਅਲ ਨਹੀਂ ਆਇਆ ਇਹ, C1 ਓਵਰ C2 ਦੇ। ਇਹਦਾ ਮਤਲਬ A1 ਓਵਰ A2 ਤੇ B1 ਓਵਰ B2 ਇਹ ਦੋਨੋਂ ਕੀ ਆ ਗਏ, ਬਰਾਬਰ। ਲੇਕਿਨ C1 C2 ਇਹਨਾਂ ਦੇ ਬਰਾਬਰ ਨਹੀਂ ਆਇਆ। ਹੁਣ ਤੁਸੀਂ ਫਾਰਮੂਲੇ ਨੂੰ ਯਾਦ ਕਰੋ, ਜਿਹੜੇ ਫਾਰਮੂਲੇ ਟੇਬਲ ਦੀ ਫਾਰਮ ਦੇ ਵਿੱਚ ਲਿਖਾਏ ਸੀ, ਉਸ ਦੇ ਵਿੱਚ ਇਹ ਫਾਰਮੂਲਾ ਲਿਖਾਇਆ ਸੀ। ਤਾਂ ਉਸ ਫਾਰਮੂਲੇ ਦੇ ਹਿਸਾਬ ਨਾਲ ਸਾਡਾ ਆਨਸਰ ਕੀ ਬਣਦਾ ਹੈ, ਹਾਂਜੀ। ਇਸ ਲਈ ਕੋਈ ਵੀ ਹੱਲ ਨਹੀਂ ਹੈ, ਮੀਨਸ ਨੋ ਸੋਲਿਊਸ਼ਨ। ਜਦੋਂ ਕਿਸੇ ਵੀ ਸਮੀਕਰਨਾਂ ਦੇ ਗ੍ਰਾਫ ਬਣਾਈਏ ਔਰ ਗ੍ਰਾਫ ਆਪਸ ਵਿੱਚ ਨਾ ਕੱਟਣ, ਗ੍ਰਾਫ ਆਪਸ ਵਿੱਚ ਨਾ ਕੱਟਣ, ਕਦੇ ਵੀ ਨਾ ਕੱਟਣ, ਤਾਂ ਉਹ ਜਿਹੜੇ ਹੁੰਦੇ ਹਨ ਸਮੀਕਰਨਾਂ ਦੇ, ਉਹ ਸਮੀਕਰਨਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ। ਤਾਂ ਉਹ ਜੋ ਲਾਈਨਾਂ ਹੁੰਦੀਆਂ ਹਨ ਉਹਨਾਂ ਨੂੰ ਕਹਿੰਦੇ ਅਸੀਂ ਸਮਾਂਤਰ ਰੇਖਾਵਾਂ, ਪੈਰਲਲ ਲਾਈਨਸ, ਜਿਹੜੀਆਂ ਕਦੇ ਵੀ ਆਪਸ ਵਿੱਚ ਨਹੀਂ ਮਿਲਦੀਆਂ। ਤਾਂ ਇਸ ਲਈ ਆਲੇਖ ਯਾਨੀ ਕਿ ਗ੍ਰਾਫ ਸਮਾਂਤਰ ਹੋਣਗੇ, ਲਾਈਨਸ ਵਿਲ ਬੀ ਪੈਰਲਲ। ਹੁਣ ਤੁਸੀਂ ਦੇਖ ਰਹੇ ਵੀ ਇਹਦਾ ਕੋਈ ਵੀ ਸੋਲਿਊਸ਼ਨ ਨਹੀਂ ਹੈ, ਕੋਈ ਹੱਲ ਨਹੀਂ। ਜਦੋਂ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਅਸੀਂ ਇੱਕ ਅੱਖਰ ਸਿੱਖਿਆ ਸੀ, ਉਹਨੂੰ ਕਹਿੰਦੇ ਅਸੀਂ ਇਨਕਨਸਿਸਟੈਂਟ। ਕੀ ਹੈ ਜੀ, ਇਨਕਨਸਿਸਟੈਂਟ, ਜਿਹਨੂੰ ਕਹਿੰਦੇ ਅਸੀਂ ਅਸੰਗਤ। असंगत है यानी कि इनकनसिस्टेंट। ਤਾਂ ਇਦਾਂ ਤੁਸੀਂ ਇਹ ਜਿਹੜੇ ਸਵਾਲ ਆ ਇਹ ਹੱਲ ਕਰਨੇ ਸੀ। ਤਾਂ ਹੋਰ ਵੀ ਇਸ ਦੇ ਨਾਲ ਦੇ ਸਵਾਲ ਜਿਹੜੇ ਹੈਗੇ ਆ ਆਪਾਂ ਹੱਲ ਕਰਦੇ ਆ, ਤਾਂ ਜੋ ਕਿ ਤੁਹਾਨੂੰ ਹੁਣ ਪਤਾ ਲੱਗ ਜੇ ਵੀ ਇਦਾਂ ਦੇ ਜਿਹੜੇ ਕੁਐਸਚਨ ਹਨ ਉਹ ਅਸੀਂ ਕਿਵੇਂ ਹੱਲ ਕਰਨੇ ਹਨ। ਇੱਦਾਂ ਇੱਕ ਹੋਰ ਕੁਐਸਚਨ ਆਪਾਂ ਕਰਾਂਗੇ ਹੁਣ, ਉਮੀਦ ਕਰਦਾ ਵੀ ਇਹ ਸਮਝ ਆ ਗਏ ਹੋਣੇ। थ्री पॉइंट 2 ਐਕਸਰਸਾਈਜ਼ ਦੇ ਕੁਐਸਚਨ ਇਹ। ਇਸ ਚੈਪਟਰ ਦੇ ਵਿੱਚੋਂ ਜਿਹੜੇ ਸਵਾਲ ਕਰਾਏ ਜਾਣਗੇ ਉਹ ਅਭਿਆਸਾਂ ਦੇ ਅਨੁਸਾਰ ਨਹੀਂ ਕਰਵਾਏ ਜਾਣਗੇ। ਸਮਕਾਂ ਜਿੱਥੋਂ ਜਿੱਥੋਂ ਪਹਿਲੇ ਇੱਕੋ ਟਾਈਪ ਦੇ ਕੁਐਸਚਨ ਮਿਲਣਗੇ ਉਹਨਾਂ ਨੂੰ ਹੱਲ ਕਰਿਆ ਜਾਵੇਗਾ। ਉਸ ਤੋਂ ਬਾਅਦ ਆਪਾਂ ਫਿਰ ਜਿਹੜੇ ਕੁਐਸਚਨ ਬਚ ਜਾਣਗੇ ਉਹਨਾਂ ਨੂੰ ਸਭ ਤੋਂ ਅਖੀਰ ਦੇ ਵਿੱਚ ਜਾ ਕੇ ਆਪਾਂ ਨੇ ਹੱਲ ਕਰਨਾ ਹੈ। ਤਾਂ ਮੈਂ ਇੱਕ ਕੁਐਸਚਨ ਹੋਰ ਕਰਾਵਾਂਗਾ ਇਸ ਦੇ ਵਿੱਚੋਂ। थर्ड क्वेश्चन है, कहता पता करो कि समीकरण जोड़ियां दे
समीकरण जोड़ियां दे हल संगत यानी कि कंसिस्टेंट या असंगत हैं यानी कि इनकनसिस्टेंट। बड़ा सौखा सवाल है, वैसे तो यह आप कर चुके हैं, फिर भी आप इसकी दोहराई करते हैं। एक क्वेश्चन करा के फिर मैं इसनूं छड्ड दांगा, बाकी दे क्वेश्चन तुसीं अपने आप ट्राई करने जी। इस दे विच एक क्वेश्चन लेके चल रहा मैं 4/3x + 2y = 8। तो दूजा है 2x + 3y = 12। बहुत ही आसान क्वेश्चन है। देखो ये बराबर दे इस पासे है, कोई दिक्कत नहीं। आपने सिर्फ और सिर्फ A1 B1 और C1 पता करने हैं। इदी असी A2 B2 और C2 पता करने हैं। जे तुसी समीकरणों नूं इस ढंग नाल लिखना है भी बराबर पा के उधर की रह जाए 0, तो ये 8 नूं चक के इस पासे लियाना होएगा। 8 नूं जदों तुसी इस साइड लेके आओगे लैफ्ट साइड, तो 8 इधर प्लस का इधर आके काहदा हो जाएगा जी माइनस का। ये आ गया इधर, तो पिछे की रह गया 0। इदी जो 12 उठ के इस पासे आएगा ये हो जाएगा माइनस का, दूजे पासे की रह जाएगा जी 0। एक खास ख्याल रखना। तो A1 की कीमत जो x के नाल है 4/3, B1 की कीमत 2, C1 की कीमत आ गई -8, A2 की कीमत 2, B2 कितना है 3, ये है -12। हुण आपां इन्हां नूं हल करते हैं जी। सब तो पहले A1/A2, A1 की कीमत 4/3, ये उपर भरती मैं थोड़े सुविधा लई 4/3, नीचे A2 की कीमत 2, ये बन जाएगा 4 ऊपर, ये 3 आ जाएगा थले, ये भी किथे रहेगा नीचे, किथे रहेगा जी ये नीचे। ये कैंसल हो जाएगा, 2 एकम 2, 2 दूनी 4, ये आ गया 2, नीचे इन्हों गुणा कर दो 3 एकम 3। ये खास ख्याल रखना। दूजी B1/B2, ए 2 और ए 3 कैंसल नहीं हो रहे, इदी छड़ देंगे। फिर आ गया C1/C2, ये कितना आया जी -8, ये कितना आया जी -12, माइनस नाल माइनस कट के 8 ते 12, 4 दे पहाड़े दे आंदे 4 दूनी 8, 4 तीए 12, ये आ गया 2/3। देखो A1/A2, B1/B2, C1/C2, तिना की कीमत 2/3, 2/3, 2/3 आ गई। तो असी की लिखांगे इसलिए A1/A2 = B1/B2 = C1/C2, तीनों बराबर हैं। जे तीनों बराबर हैं तो फार्मूले वाला टेबल याद करो, उस दे विच की लिखिया सी नंबर 1 ते उत्ते अनेकां हल होणगे, ग्राफ इन्हां दे की होणगे जी समांतर, पैरलल नहीं संपाती होणगे, कोइनसीडेंट होणगे। और थर्ड गल की सी जिहड़ा इहदा हल है वो संगत होएगा, मीनस कंसिस्टेंट। इसलिए यह संगत हैं, इट इज़ कंसिस्टेंट। तो इदा तुसी इन्हां क्वेश्चनस नूं हल करना सी। तो उम्मीद करदा भी ये क्वेश्चन जिहड़े हैं इस तरह के जिन्ने भी वो अच्छी तरह समझ आ चुके होने, और इन्हां दी होर प्रैक्टिस कर लेना। नोटबुक दे विच जदों तुसी राइट डाउन करोगे तो उत्थे समझ के लिखना, तां जो कि तुहानूं बाद च कोई समस्या ना आए। थैंक यू।